ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ, ਆਵਾਜ਼ ਤੁਹਾਡੀ, ਕਲਮ ਸਾਡੀ। ਜਲੰਧਰ ਦੇ ਰਹਿਣ ਵਾਲੇ ਰਾਸ਼ਟਰਪਤੀ ਅਵਾਰਡੀ ਵਿਵੇਕ ਜੋਸ਼ੀ ਇੱਕ ਦਿਵਿਆਂਗ ਵਿਅਕਤੀ ਹਨ ਜੋ ਬਚਪਨ ਤੋਂ ਹੀ ਨਾ ਤਾਂ ਸਹੀ ਤਰ੍ਹਾਂ ਬੋਲ ਸਕਦੇ ਨੇ ਅਤੇ ਨਾ ਹੀ ਚੱਲ ਫਿਰ ਸਕਦੇ ਨੇ। ਹਾਲਾਂਕਿ ਵਿਵੇਕ ਜੋਸ਼ੀ ਦੇ ਹੱਥ ਪੈਰ ਅਤੇ ਜ਼ੁਬਾਨ ਸਹੀ ਢੰਗ ਨਾਲ ਨਹੀਂ ਚੱਲ ਸਕਦੇ, ਪਰ ਉਹਨਾਂ ਦੇ ਦਿਮਾਗ ਦਾ ਕੋਈ ਸਾਨੀ ਨਹੀਂ ਹੈ। 100% ਦਿਵਿਆਂਗ ਹੁੰਦੇ ਹੋਏ ਵੀ ਵਿਵੇਕ ਜੋਸ਼ੀ BA LLB LLM MBA ਦੀ ਪੜ੍ਹਾਈ ਤੋਂ ਬਾਅਦ ਹੁਣ PhD ਕਰ ਰਹੇ ਨੇ। ਵਿਵੇਕ ਜੋਸ਼ੀ ਦੇਸ਼ ਦੇ 2 ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਅਤੇ ਪ੍ਰਣਬ ਮੁਖਰਜੀ ਹੱਥੋਂ ਸਨਮਾਨਿਤ ਵੀ ਹੋ ਚੁੱਕੇ ਨੇ। ਮੁੰਬਈ 에ਅਰਪੋਰਟ ਤੇ ਘਟੀ ਘਟਨਾ ਬਾਰੇ ਗੱਲਬਾਤ ਕਰਦੇ ਹੋਏ ਵਿਵੇਕ ਜੋਸ਼ੀ ਨੇ ਦੱਸਿਆ ਕਿ 2018 ਵਿੱਚ ਜਦੋਂ ਵਿਵੇਕ ਜੋਸ਼ੀ ਆਪਣੇ ਪਿਤਾ ਨਾਲ ਇੱਕ ਸਨਮਾਨ ਸਮਾਰੋਹ ਤੋਂ ਵਾਪਸ ਆਉਣ ਲਈ ਮੁੰਬਈ ਹਵਾਈ ਅੱਡੇ ਤੇ ਪਹੁੰਚੇ ਤਾਂ 에ਅਰ ਇੰਡੀਆ ਦੇ ਸਟਾਫ ਵੱਲੋਂ ਉਹਨਾਂ ਨੂੰ ਵੀਲਚੇਅਰ ਮੁਹੱਈਆ ਨਹੀਂ ਕਰਵਾਈ ਗਈ ਅਤੇ ਕਿਹਾ ਗਿਆ ਕਿ ਵੀਲਚੇਅਰ ਦੀ ਸੁਵਿਧਾ ਸਿਰਫ ਬਿਜ਼ਨਸ ਕਲਾਸ ਲੋਕਾਂ ਲਈ ਹੈ। ਇਸ ਤੋਂ ਬਾਅਦ ਵਿਵੇਕ ਜੋਸ਼ੀ ਕਿਸੇ ਤਰ੍ਹਾਂ ਜਲੰਧਰ ਪਹੁੰਚੇ ਅਤੇ ਕੇਂਦਰ ਸਰਕਾਰ ਨੂੰ 에ਅਰ ਇੰਡੀਆ ਦੀ ਇਸ ਹਰਕਤ ਦੀ ਸ਼ਿਕਾਇਤ ਕੀਤੀ। ਸਿਰਫ ਇਹੀ ਨਹੀਂ, ਆਪਣੇ ਅਤੇ ਬਾਕੀ ਦਿਵਿਆਂਗਾਂ ਲਈ 에ਅਰ ਇੰਡੀਆ ਖਿਲਾਫ ਲੜਾਈ ਸ਼ੁਰੂ ਕਰ ਦਿੱਤੀ। ਮੁੰਬਈ ਤੋਂ ਵਾਪਸ ਆ ਰਹੇ ਸੀ ਤੇ ਮੇਰੇ ਪਿਤਾ ਜੀ ਮੇਰੇ ਨਾਲ ਸੀਗੇ ਤੇ ਅਸੀਂ ਮੁੰਬਈ ਤੋਂ ਜਦ ਟੈਕਸੀ ਤੋਂ ਉਤਰਨ ਲੱਗੇ ਤੇ ਇੱਕ ਪ੍ਰਾਈਵੇਟ ਵੈਂਡਰ ਜਿਹੜਾ 에ਅਰ ਇੰਡੀਆ ਵੱਲੋਂ ਰੱਖਿਆ ਗਿਆ ਸੀ ਤੇ ਹੀ ਡਿਮਾਂਡਸ ਕਿ ਸਾਨੂੰ 1185 ਰੁਪਏ ਦਿਓ। ਪਾਪਾ ਨੇ ਸੁਣਿਆ ਕਿ 1185 ਰੁਪਏ ਮੰਗ ਰਹੇ, ਉਹ 185 ਮੰਗ ਰਹੇ ਹੈ ਤੇ ਉਹਨਾਂ ਨੇ ਕਿਹਾ ਠੀਕ ਹੈ, ਪਰ ਜਦੋਂ ਉਹਨਾਂ ਨੇ 1185 ਕਿਹਾ ਤੇ ਫਿਰ ਅਸੀਂ ਰਿਫਿਊਜ਼ ਕਰਤਾ। ਮੈਂ ਕਿਹਾ ਇਟ ਇਜ਼ ਟੂ ਮੱਚ। ਮੈਂ ਕਿਹਾ ਪਾਪਾ ਤੁਸੀਂ ਨਹੀਂ ਦੇਣੇ। ਫਿਰ ਪਾਪਾ ਨੂੰ ਮੈਂ ਕਿਹਾ, ਪਾਪਾ ਕਹਿੰਦੇ ਫਿਰ ਅੰਦਰ ਕਿੱਦਾਂ ਜਾਵਾਂਗੇ, ਮੈਂ ਤੇ ਤੂੰ ਹੀ ਆ ਇਕੱਲੇ, ਕੋਈ ਹੋਰ ਹੈਲਪਰ ਹੈ ਨਹੀਂ ਸਾਡੇ ਕੋਲ, ਨਾ ਕੋਈ ਹੈਲਪ ਮਿਲ ਸਕਦੀ ਹੈ। ਮੈਂ ਕਿਹਾ ਇੱਦਾਂ ਕਰੋ, ਤੁਸੀਂ ਟਰਾਲੀ ਮਿਲਦੀ ਹੈ, ਟਰਾਲੀ ਨੂੰ ਮੈਂ ਧੱਕੂੰਗਾ, ਤੁਸੀਂ ਮੈਨੂੰ ਧੱਕੋ। ਅਸੀਂ ਇੱਦਾਂ ਅੰਦਰ ਗਏ ਅਤੇ ਅਤੇ ਉੱਥੇ ਡਿਸੇਬਲ ਦੀ ਕੋਈ ਲਾਈਨ ਨਹੀਂ। ਮੈਂ ਪਾਪਾ ਨੂੰ ਕਿਹਾ ਕਿ ਡਿਸੇਬਲ ਦੀ ਕੋਈ ਲਾਈਨ ਨਹੀਂ ਹੈ ਅਤੇ ਨਾ ਹੀ ਸੀਨੀਅਰ ਸਿਟੀਜ਼ਨ ਦੀ ਹੈ। ਮੈਂ ਕਿਹਾ ਤੁਸੀਂ ਗੱਲ ਕਰੋ। ਅਤੇ ਜਦ ਪਾਪਾ ਨੇ ਗੱਲ ਕੀਤੀ ਤਾਂ ਬਦਤਮੀਜੀ ਕਰਨ ਲੱਗੇ ਅਤੇ ਫਿਰ ਮੈਂ ਵਿੱਚ ਕਿਹਾ ਕਿ ਮੈਂ ਨੈਸ਼ਨਲਵਾਦੀ ਹਾਂ, ਇੱਦਾਂ ਤੁਸੀਂ ਨਹੀਂ ਕਰ ਸਕਦੇ। ਕਹਿੰਦੇ ਸਾਡੇ ਕੋਲ ਰੂਲ ਨਹੀਂ ਹੈਗਾ, ਸਾਡੇ ਕੋਲ ਬਿਜ਼ਨਸ ਕਲਾਸ ਵਾਸਤੇ ਰੂਲ ਹੈ, ਇਕਨੋਮਿਕ ਕਲਾਸ ਵਾਸਤੇ ਕੋਈ ਰੂਲ ਨਹੀਂ ਹੈ। ਮੈਂ ਕਿਹਾ ਇੱਦਾਂ ਤੁਸੀਂ ਕਿੱਦਾਂ ਕਰ ਸਕਦੇ। ਕਹਿੰਦੇ ਜੀ ਇੱਦਾਂ ਹੀ ਹੋਊਗਾ। ਅਤੇ ਉਹਨਾਂ ਨੇ ਖੈਰ ਬਹਿਸ ਬਸਾਈ ਕੀਤੀ ਅਤੇ ਪਾਪਾ ਨੇ ਜਦ ਉਹਨਾਂ ਨੇ ਸੀਨੀਅਰ ਨੂੰ ਕੰਪਲੇਂਟ ਕੀਤੀ ਅਤੇ ਉਹਨਾਂ ਨੇ ਹਿਊਮੈਨਿਟੇਰੀਅਨ ਗਰਾਊਂਡ 'ਤੇ ਸਾਨੂੰ ਇੱਕ ਵੀਲਚੇਅਰ ਪ੍ਰੋਵਾਈਡ ਕਰਤੀ, ਪਰ ਤੰਗ ਕਰਨਾ ਸ਼ੁਰੂ ਕਰਤਾ। ਵੀਲਚੇਅਰ ਪੈਕ ਕਰਾਉਣ ਦੇ ਬਹਾਨੇ ਉਹਨਾਂ ਨੇ ਪਾਪਾ ਨੂੰ ਮੇਰੇ ਤੋਂ ਦੂਰ ਕਰਤਾ। ਮੋਬਾਇਲ ਮੇਰੇ ਤੋਂ ਗਲਤੀ ਹੋ ਗਈ ਸੀ, ਮੋਬਾਇਲ ਮੈਂ ਆਪਣੇ ਕੋਲ ਨਹੀਂ ਰੱਖਿਆ ਸੀ, ਬੈਗ 'ਚ ਪੈਕ ਕਰਤਾ ਸੀ, ਕਿਉਂਕਿ ਉਹਨਾਂ ਨੇ ਚੈਕਿੰਗ ਇਸ਼ੂ ਵਾਸਤੇ ਮੋਬਾਇਲ ਅੰਦਰ ਪਵਾ ਲੈਂਦੇ। ਫਿਰ ਜਦ ਤੱਕ ਪਾਪਾ ਆਏ, ਕਿਉਂਕਿ ਪਾਪਾ ਨੂੰ ਪੈਕੇਜਿੰਗ ਵਾਸਤੇ ਵਾਕਾ ਅਤੇ ਵੀਲਚੇਅਰ ਦੇ ਚਾਰਜਿਸ ਮੰਗਣ ਲੱਗੇ ਅਤੇ ਫਿਰ ਲੈ ਗਏ ਕਿ ਸਾਨੂੰ ਤੁਹਾਡੀ ਲੋੜ ਪੈ ਸਕਦੀ ਹੈ ਤਾਂ ਤੁਸੀਂ ਚੱਲੋ। ਅਤੇ ਪੈਕੇਜਿੰਗ ਨੂੰ ਤੱਕ ਅੱਧੇ ਘੰਟੇ ਤੱਕ ਉਹਨਾਂ ਨੇ ਬਿਠਾ ਰੱਖਿਆ ਉੱਥੇ, ਔਰ ਕੋਈ ਕੰਮ ਨਹੀਂ ਲਿੱਤਾ, ਵਾਪਸ ਭੇਜਤਾ ਬਾਅਦ 'ਚ। ਇਨ ਦਾ ਮੀਨ ਟਾਈਮ ਜਿਹੜਾ ਉਹਨਾਂ ਦਾ ਬੰਦਾ ਸੀਗਾ, ਜਿਹੜਾ ਅਟੈਂਡੈਂਟ ਉਹਨਾਂ ਨੇ ਦਿੱਤਾ ਸੀਗਾ, ਮੈਨੂੰ ਉਹ ਟੁੱਟੀ ਵੀਲਚੇਅਰ ਦੇ ਸਾਹਮਣੇ ਦੀਵਾਰ ਦੇ ਵੱਲ ਮੂੰਹ ਕਰਕੇ ਬਿਠਾ ਗਿਆ, ਕਹਿੰਦਾ तुम इधर थामा, दूसरा व्यक्ति आके आपको लेके जाएगा। तो मैं कहा जी अच्छा ठीक है। मैं 5 मिनट देखा कोई नहीं आया, 10 मिनट देखा कोई नहीं आया, 15-20 मिनट हो गए कोई नहीं आया, अद्धे घंटे तो ਉੱਪਰ ਹੋ ਗਿਆ। ਤਾਂ ਪਾਪਾ ਪਿੱਛੋਂ ਨੂੰ ਲੱਭਦੇ ਆਏ, ਕਹਿੰਦੇ ਬੇਟਾ ਤੂੰ ਕਿੱਥੇ ਸੀ। ਮੈਂ ਕਿਹਾ ਇੱਦਾਂ ਦਾ ਕੀਤੀ ਇਹਨਾਂ ਨੇ। ਅਤੇ ਮੈਨੂੰ ਗੁੱਸਾ ਤਾਂ ਬਹੁਤ ਚੜ੍ਹਿਆ, ਕਿਉਂਕਿ ਮੇਰੇ ਕੋਲ ਮੋਬਾਇਲ ਹੁੰਦਾ ਤਾਂ ਮੈਂ ਉੱਥੇ ਹੀ ਪੜ੍ਹਨੇ ਪਾ ਦੇਣੇ ਸੀ, ਪਰ ਨਹੀਂ ਮੇਰੇ ਕੋਲ ਹੋਇਆ। ਅਤੇ ਮੈਂ ਪਾਪਾ ਨੂੰ ਕਿਹਾ ਇਟ ਇਜ਼ ਰੋਂਗ। ਅਤੇ ਪਾਪਾ ਨੇ ਫਿਰ ਲੜਾਈ ਕੀਤੀ ਕਿ ਬਈ ਤੁਸੀਂ ਇੱਦਾਂ ਕਿੱਦਾਂ ਕਰ ਸਕਦੇ। ਫਿਰ ਉਹਨਾਂ ਨੇ ਜਦ 15 ਮਿੰਟ ਰਹਿ ਗਏ ਸਾਨੂੰ ਫਲਾਈਟ 'ਤੇ ਚੜ੍ਹਨ ਵਾਸਤੇ, ਤਾਂ ਉਹਨਾਂ ਨੇ ਸਪੈਸ਼ਲ ਜਦ ਪਾਪਾ ਨੇ ਕਿਹਾ ਮੈਂ 30 ਲੱਖ ਲਈ ਤੁਹਾਨੂੰ ਸੂ ਕਰੂੰਗਾ, ਅਤੇ ਫਿਰ ਉਹ ਕਿਉਂਕਿ ਪਾਪਾ ਦੀ ਗੱਲ ਸੁਣ ਕੇ ਡਰ ਗਏ ਥੋੜ੍ਹਾ ਜਿਹਾ। ਫਿਰ ਉਹਨਾਂ ਨੇ ਇੱਕ ਅਟੈਂਡੈਂਟ ਦਿੱਤਾ ਜਿਹਨੇ ਭਜਾ ਕੇ ਸਾਨੂੰ ਚੜ੍ਹਾਇਆ, 1.5-2 ਕਿਲੋਮੀਟਰ ਤੱਕ ਸਾਨੂੰ ਲੈ ਕੇ ਗਿਆ। ਅਤੇ ਫਿਰ ਚੜ੍ਹਾ ਕੇ ਆਪਾਂ ਆਖਰੀ ਬੰਦੇ ਸੀਗੇ ਏਅਰ ਇੰਡੀਆ ਫਲਾਈਟ ਦੇ ਵਿੱਚ ਚੜ੍ਹਨ ਵਾਸਤੇ ਵੇਲੇ, ਉਸ ਸਮੇਂ ਆਖਰੀ ਬੰਦੇ ਸੀਗੇ, ਜਦ ਕਿ ਰੂਲ ਕਹਿੰਦਾ ਕਿ ਡਿਸੇਬਲ ਨੂੰ ਪਹਿਲਾਂ ਚੜ੍ਹਾਇਆ ਜਾਵੇ। ਅਤੇ ਉਹਨਾਂ ਨੇ ਨਾ ਕਿਸੇ ਬਹਾਨੇ ਸਾਡੀ ਗੱਲ ਸੁਣੀ, ਨਾ ਕੁਛ ਹੋਇਆ। ਹੁਣ ਜਿਹੜੀ ਜੱਜਮੈਂਟ ਆਈ ਹੈ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਉਹਦੇ ਵਿੱਚ ਓਲਡ ਏਜ ਪਲੱਸ ਜਿਹੜੇ ਡਿਸੇਬਲ ਬੰਦਿਆਂ ਵਾਸਤੇ, ਸਾਰਿਆਂ ਵਾਸਤੇ
ਰੂਲ ਹੋ ਗਿਆ ਕਿ ਕੋਈ ਵੀਲ ਚੇਅਰ ਚਾਰजेस नहीं ਹੋਣਗੇ, और कोई भी पैसा उन्होंने तो नहीं लिता जाएगा। और जिथे डिसेबल ने उतरना पहला मैसेज दिता जाएगा, अगर पहला इन्फॉर्म कर दिता जाता है तो वो आखिर तक उन्होंने छड़ के जाएंगे, उन्होंने चढ़ा के जाएंगे, और दी सीट जी बाथरूम के कोल होगी ताकि उन्होंने कोई परेशानी ना हो। और उतरन वेले भी जे इन द मीन टाइम उन्हें किसी स्टेशन पर उतरना है तो उन्होंने पहला ही SMS राही स्टाफ ਨੂੰ ਗਰਾਊਂਡ ਸਟਾਫ ਨੂੰ ਜਾਣਕਾਰੀ ਦਿੱਤੀ ਜਾਏਗੀ ਕਿ ਉਹ ਪ੍ਰੋਪਰਲੀ ਉਹਨਾਂ ਨੂੰ ਇੰਟੀਗ੍ਰੇਟ ਕਰਨ। ਅਤੇ ਹੁਣ ਟੈਕਸੀ ਤੱਕ ਉਹ ਬਾਹਰ ਤੱਕ ਉਹਨਾਂ ਨੂੰ ਛੱਡ ਕੇ ਜਾਣਗੇ, ਕੋਈ ਉਹਨਾਂ ਦਾ ਚਾਰਜ ਨਹੀਂ ਲੱਗੂਗਾ ਅਤੇ ਕਿਸੇ ਤਰ੍ਹਾਂ ਦੀ ਹਰਾਸਮੈਂਟ ਨਹੀਂ ਹੋਏਗੀ, ਇਹ ਮੈਨੂੰ ਲੱਗਦਾ। ਵਿਵੇਕ ਜੋਸ਼ੀ ਦੇ ਪਿਤਾ ਸੁਭਾਸ਼ ਜੋਸ਼ੀ ਦਾ ਕਹਿਣਾ ਹੈ ਕਿ ਜਿੱਥੇ ਉਹ ਇੱਕ ਪਾਸੇ ਆਪਣੇ ਬੇਟੇ ਦੀਆਂ ਉਪਲਬਧੀਆਂ ਤੇ ਮਾਣ ਕਰਦੇ ਨੇ, ਉਸ ਦੇ ਨਾਲ ਹੀ ਅੱਜ ਜੋ ਜਿੱਤ ਬੇਟੇ ਨੇ ਪ੍ਰਾਪਤ ਕੀਤੀ ਹੈ ਉਸ ਤੇ ਵੀ ਮਾਣ ਕਰਦੇ ਨੇ। ਹਾਂ, ਉੱਥੋਂ ਆ ਕੇ ਦਿੱਲੀੋਂ ਅਸੀਂ ਆ ਕੇ ਮੋਬਾਈਲ ਕੱਢਿਆ, ਉੱਥੋਂ ਆ ਕੇ ਮੇਰਾ ਇੱਕ ਭਾਂਜਾ TV ਚੈਨਲ 'ਚ ਲੱਗਾ ਹੈ, ਉਹਨੂੰ ਮੈਂ ਫੋਨ ਕੀਤਾ ਕਿ ਬੇਟੇ ਇੱਦਾਂ ਦਾ ਹੈ, ਸਾਡੇ ਨਾਲ ਧੱਕਾ ਹੋਇਆ। ਉਹ ਕਹਿੰਦਾ ਕੋਈ ਨਹੀਂ ਜੀ। ਹਾਂ, ਉਹ ਫਿਰ ਮੈਨੂੰ ਉਹਨੇ ਦੱਸਿਆ ਕਿ ਜਯੰਤ ਸਿਨਹਾ ਉਸ ਵੇਲੇ ਏਵੀਏਸ਼ਨ ਮਿਨਿਸਟਰ ਸੀਗੇ, ਸਾਨੂੰ ਆਉਂਦਾ ਨਹੀਂ, ਉਹਨਾਂ ਨੂੰ ਵਿਸ਼ਾਲ ਉੱਥੇ ਆਇਆ ਮੇਰਾ ਭਤੀਜਾ, ਉਹਨੇ ਉਹਨਾਂ ਨੂੰ ਟਵੀਟ ਕਰਕੇ ਮਿਨਿਸਟਰ ਨੂੰ ਇਨਫੋਰਮ ਕੀਤਾ ਸਾਡੇ ਨਾਲ ਧੱਕਾ ਹੋਇਆ। ਫਿਰ ਅਸੀਂ ਜਲੰਧਰ ਪਹੁੰਚੇ ਅਤੇ ਇਨ ਦਾ ਮੇਨ ਟਾਈਮ ਨਾ ਨਿਊਜ਼ ਐਕਸ ਚੈਨਲ ਹੋਰ 2-4 ਚੈਨਲਾਂ ਨੂੰ ਉਹ ਕਹਿ ਚੁੱਕੇ ਸੀ। ਅਤੇ ਜਦ ਮੈਂ ਇੱਥੇ ਪਹੁੰਚਿਆ ਤਾਂ ਨਿਊਜ਼ ਐਕਸ ਦਾ ਟੈਲੀਫੋਨ ਆਇਆ ਅਤੇ ਇਹ ਸਵੇਰੇ ਇਹਦੀ ਪ੍ਰੋਬਲਮ ਇਹ ਹੈ ਕਿ ਸਵੇਰੇ ਇਹਦੀ ਸਪੀਚ ਜਿਹੜੀ ਹੈ ਨਾ ਬਹੁਤ ਔਖੀ ਬੋਲਦਾ ਹੈ, ਜਦ ਤੱਕ ਇਹਦਾ ਸਰੀਰ ਗਰਮ ਵਾਰਮ ਅਪ ਨਹੀਂ ਨਾ ਹੁੰਦਾ ਅਤੇ ਇਹਦੀ ਆਵਾਜ਼ ਪ੍ਰੋਪਰ ਸਮਝ ਨਹੀਂ ਲੱਗਦੀ। ਇਹਨੂੰ ਕੀਤਾ ਟੈਲੀਫੋਨ, ਇਹ ਕਹਿੰਦਾ ਜੀ ਤੁਸੀਂ ਮੇਰੇ ਪਾਪਾ ਨਾਲ ਗੱਲ ਕਰ ਲਓ, ਇਸ ਵੇਲੇ ਮੈਂ ਥੋੜ੍ਹਾ ਜਿਹਾ ਔਖਾ ਥੱਕਿਆ ਆਇਆ। ਫਿਰ ਉਹਨਾਂ ਨੇ ਮੈਨੂੰ ਕਹਿੰਦੇ ਜੋ ਤੁਸੀਂ ਬੋਲਣਾ ਇਸ ਹਿਸਾਬ ਨਾਲ ਬੋਲਿਓ ਕਿ ਆਪਾਂ ਲਾਈਵ ਟੈਲੀਕਾਸਟ ਤੁਹਾਡੀ ਆਡੀਓ ਕਰਨੀ ਹੈ। ਇਹਨਾਂ ਨੇ ਸਾਡੀ ਆਵਾਜ਼ ਲੈ ਕੇ ਅਤੇ ਟੈਲੀਕਾਸਟ ਲਾਈਵ ਕਰਨਾ ਸ਼ੁਰੂ ਕਰਤਾ। ਕਾਫੀ ਦੇਰ, ਮੇਰੇ ਖਿਆਲ ਅੱਧਾ ਪੌਣਾ ਘੰਟਾ ਮੈਂ ਸਮਝਾਉਂਦਾ ਰਿਹਾ, ਉਸ ਕੁਐਸਚਨ ਪੁੱਛਦੇ ਰਹੇ, ਜਵਾਬ ਦਿੰਦੇ ਰਹੇ। ਅਤੇ ਉਹਦੀ ਉਸੇ ਪੀਰੀਅਡ ਦੇ ਵਿੱਚ ਹੋਰ ਬਹੁਤ ਸਾਰੇ ਚੈਨਲ ਦੇ ਫੋਨ ਸਾਨੂੰ ਆਉਣੇ ਸ਼ੁਰੂ ਹੋ ਗਏ, ਆ ਵੀ ਗਏ, ਇੱਥੇ ਬਹੁਤ ਬੰਦੇ ਆ ਗਏ। ਫਿਰ ਸੁਬਰਮਨਿਅਮ ਸਵਾਮੀ ਜਿਹੜੇ ਹੈਗੇ ਆ MP, ਉਹ ਵੀ ਵਿੱਚ ਆ ਗਏ ਉੱਥੇ ਹੀ ਨਿਊਜ਼ ਐਕਸ ਚੈਨਲ ਦੇ ਵਿੱਚ ਹੀ। ਉਹਨਾਂ ਨੇ ਫਿਰ ਲਾਈਵ ਹੋ ਕੇ ਕਿਹਾ ਮਿਸਟਰ ਵਿਵੇਕ ਜੋਸ਼ੀ ਤੁਹਾਡੇ ਨਾਲ ਬਹੁਤ ਧੱਕਾ ਹੋਇਆ ਅਤੇ ਆਈ ਐਮ ਵਿਦ ਯੂ, ਤੁਹਾਡਾ ਕੇਸ ਜਿੱਥੇ ਤੱਕ ਵੀ ਲੜਨਾ ਪਏ ਮੈਂ ਤੁਹਾਡੇ ਨਾਲ ਹਾਂ ਅਤੇ ਮੈਂ ਜਿੱਥੇ ਤੱਕ ਮੇਰੀ ਮਦਦ, ਮੈਂ ਕੋਈ ਪੈਸਾ ਨਹੀਂ ਲੈਣਾ, ਫ੍ਰੀ ਆਫ ਕਾਸਟ ਤੁਹਾਡਾ ਜਿਸ ਲੈਵਲ ਤੱਕ ਸੁਪਰੀਮ ਕੋਰਟ ਤੱਕ ਵੀ ਲੜਨਾ ਪਿਆ ਆਈ ਵਿਲ ਟੇਕ ਅਪ ਯੂਅਰ ਕੇਸ। ਤੁਸੀਂ ਘਬਰਾਇਓ ਨਾ, ਹਥਿਆਰ ਨਾ ਛੱਡਿਓ। ਬੜਾ ਸਾਨੂੰ ਹੌਸਲਾ ਹੋ ਗਿਆ ਕਿ ਕਿਸੇ VIP ਬੰਦੇ ਨੇ, ਬਹੁਤ VIP ਵਕੀਲ ਹੈ, ਅਤੇ ਅਸੀਂ ਕਿਹਾ ਚਲੋ ਠੀਕ ਹੈ। ਫਿਰ ਅਸੀਂ ਆ ਕੇ ਚੀਫ ਜਿਹੜੇ ਹੈ ਡਿਸੇਬਿਲਿਟੀ ਵਾਲੇ ਚੀਫ ਕਮਿਸ਼ਨਰ, ਉਹਨਾਂ ਨੂੰ ਕਰਤਾ ਸਿਵਲ ਜਿਹੜੇ ਮਿਨਿਸਟਰ ਹੈ ਜਿਹੜੇ ਇਹਦੇ ਸਾਡੇ ਸਿਵਲ ਏਵੀਏਸ਼ਨ ਪਲੱਸ ਸੋਸ਼ਲ ਜਸਟਿਸ ਦੇ, ਉਹਨਾਂ ਸਾਰਿਆਂ ਨੂੰ ਅਸੀਂ ਮੇਲ ਕੀਤੀ ਕਿ ਸਾਡੇ ਨਾਲ ਧੱਕਾ ਹੋਇਆ ਤਾਂ ਤੁਸੀਂ ਇੰਟਰਵੀਨ ਕਰੋ। ਅਤੇ ਫਿਰ ਉਹਨਾਂ ਨੇ 1-2 ਸਾਨੂੰ ਕੁਐਸਚਨ ਵਗੈਰਾ ਪੁੱਛੇ ਅਤੇ ਇਹਨਾਂ ਨੇ ਫਿਰ TV ਚੈਨਲ 'ਤੇ ਨਾ ਏਅਰ ਇੰਡੀਆ ਨੂੰ ਉਸੇ ਦਿਨ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਮਾਫੀ ਮੰਗ ਲਈ ਹੈ। ਸਾਨੂੰ ਫਿਰ TV ਚੈਨਲ ਵਾਲਿਆਂ ਦਾ ਟੈਲੀਫੋਨ ਆਇਆ ਕਿ ਮਾਫੀ ਮੰਗੀ ਇਹਨਾਂ ਨੇ। ਅਸੀਂ ਕਿਹਾ ਜੀ TV ਚੈਨਲ ਤੋਂ ਮਾਫੀ ਮੰਗੀ ਹੈ, ਸਾਡੇ ਤੋਂ ਨਹੀਂ ਮੰਗੀ। ਜਦ ਤੱਕ ਸਾਡੇ ਨਾਲ ਕੋਈ ਗੱਲਬਾਤ ਹੀ ਨਹੀਂ ਹੋਈ ਤਾਂ ਹਾਊ ਵੀ ਕੈਨ ਸੇ ਕਿ ਮਾਫੀ ਮੰਗੀ ਹੈ। ਅਤੇ ਅੱਛਾ ਨਹੀਂ ਮੰਗੀ, ਮੈਂ ਕਿਹਾ ਨਹੀਂ। ਫਿਰ ਇੱਕ ਦਿਨ 2 ਦਿਨ ਬਾਅਦ ਮੇਰੇ ਖਿਆਲ ਸ਼ਾਇਦ ਇਹ ਮੇਲ ਆਈ ਹੈ ਉਹਨਾਂ ਦੀ। ਪਹਿਲਾਂ ਤਾਂ ਉਹ ਕਹਿਣ ਲੱਗੇ ਜੀ ਟੈਲੀਫੋਨ 'ਤੇ ਜੇ ਸਾਡੀ ਗੱਲ ਹੋਈ ਕਿ ਕੁਛ ਇੱਦਾਂ ਦੀ ਘਟਨਾ ਹੋਈ ਹੀ ਨਹੀਂ, ਬਈ ਤੁਸੀਂ ਗਲਤ ਕਹਿ ਰਹੇ ਹੋ, ਕੁਛ ਮਾਮੂਲੀ ਜਿਹੀ ਗੱਲ ਹੋਈ ਹੈ ਅਤੇ ਤੁਸੀਂ ਨਾ ਬਹੁਤ ਵਧਾ ਚੜ੍ਹਾ ਕੇ ਦੱਸ ਰਹੇ ਹੋ। ਮੈਂ ਕਿਹਾ ਜੀ ਗੱਲ ਹੈ ਤੁਸੀਂ ਆਪਣੀ ਜਿਹੜੀ ਫੁਟੇਜ ਹੈ ਸਾਰੇ ਹੁੰਦੀ ਹੈ ਨਾ ਉੱਥੇ। ਮੈਂ ਕਿਹਾ ਸਾਰੇ CCTV ਕਿਸੇ ਸੀਨੀਅਰ ਅਫਸਰ ਨੂੰ ਕਹੋ ਉਹ ਆਪਣੇ ਪ੍ਰੈਜ਼ੈਂਸ ਵਿੱਚ CCTV ਦੇਖੇ, ਫੁਟੇਜ ਦੇਖੇ, ਅਤੇ ਜੇ ਮੈਂ ਗਲਤ ਕਹਿ ਰਿਹਾ ਤਾਂ ਮੇਰੇ 'ਤੇ ਮੁਕੱਦਮਾ ਕਰਨ। ਮੈਂ ਕਿਹਾ ਸਿਰਫ ਉਹ 1200 ਰੁਪਏ ਨਹੀਂ ਦਿੱਤੇ ਉਹਦੇ ਕਰਕੇ ਸਾਨੂੰ ਇੰਨਾ ਹਰਾਸ ਕੀਤਾ ਗਿਆ। ਜਿਹੜਾ ਇਸ ਕੰਮ ਸਾਡਾ 15 ਮਿੰਟ 'ਚ ਹੋ ਸਕਦਾ ਸੀ ਕਲੀਅਰੀ,
ਅਸੀਂ ਕਲੀਅਰ ਹੋਣਾ ਚਾਹੀਦਾ ਸੀ 15-20 ਮਿੰਟ 'ਚ ਹਰ ਜਗ੍ਹਾ ਹੁੰਦਾ ਹੈ, ਅਤੇ ਇਹਨਾਂ ਨੇ ਸਾਡੇ 2 ਘੰਟੇ ਲਾਏ ਆ। ਅਤੇ ਸਿਰਫ ਇਸ ਕਰਕੇ ਲਾਇਆ ਕਿਉਂਕਿ ਇਹ ਦੇ ਵਾਂਟਡ ਕਿ ਅਸੀਂ ਉਹਨਾਂ ਨੂੰ ਦੇਈਏ ਪੈਸੇ। ਅਤੇ ਕਹਿੰਦੇ ਜੀ, ਮੈਂ ਕਿਹਾ ਹਾਲਾਂਕਿ ਜੇ ਉਹਨਾਂ ਨੇ ਬਾਹਰੋਂ ਲੈ ਕੇ ਸਿਰਫ ਜਿੱਥੇ ਕਾਊਂਟਰ ਤੱਕ ਉੱਥੇ ਤੱਕ ਲਿਆਉਣਾ ਸੀ, ਉਹਨਾਂ ਦੀ ਡਿਊਟੀ ਇਹ ਸੀ। ਲੇਕਿਨ ਉਹ ਕੀ ਕਹਿ ਰਹੇ ਸੀ ਕਿ ਆਪਾਂ ਪੂਰੀ ਸੀਟ ਤੱਕ ਤੁਹਾਨੂੰ ਬਿਠਾਵਾਂਗੇ। ਐਜ਼ ਪਰ ਰੂਲ ਇਟ ਇਜ਼ ਨਾਟ ਪੋਸੀਬਲ, ਜੋ ਸਾਡੇ ਨਾਲ ਅੱਜ ਤੱਕ ਹੋਇਆ। ਕਿਉਂਕਿ ਉਸ ਤੋਂ ਬਾਅਦ ਉਹ ਜਿਹੜਾ ਵੋਟਰ ਹੁੰਦਾ ਨਾ, ਉਹ ਏਅਰ ਇੰਡੀਆ ਦਾ ਹੁੰਦਾ ਹੈ। ਜਿਹੜਾ ਕੁਲੀ ਦਾ ਕੰਮ ਆ ਉੱਥੇ ਤੱਕ ਛੱਡਣਾ ਹੁੰਦਾ। ਸਿਰਫ ਜਦ ਵੀਲ ਚੇਅਰ ਮਿਲ ਗਈ ਉਹਨਾਂ ਦੀ, ਫਿਰ ਉਹਨਾਂ ਦਾ ਕੰਮ ਨਹੀਂ ਹੁੰਦਾ। ਐਕਚੁਅਲੀ 1185 ਇਸ ਚੀਜ਼ ਦੇ ਸੀ, ਜਿਹੜੇ ਐਵੇਂ 5 ਮਿੰਟ ਦਾ ਸੀਗਾ ਸਫ਼ਰ। ਅਤੇ ਪਰ ਉਹਨਾਂ ਦੀ ਸੈਟਿੰਗ ਸੀ, ਤਾਂ ਉਹ ਕਹਿੰਦੇ ਵੀ ਤੁਹਾਡੀ ਨਾ ਜਿਸ ਵੇਲੇ ਸਾਡੇ ਨਾਲ ਚੱਲੋਗੇ ਨਾ, ਤੁਹਾਡੀ ਕੋਈ VIP ਟਰੀਟਮੈਂਟ ਹੋਏਗਾ, ਆਊਟ ਆਫ ਦਾ ਵੇ ਹੋਏਗਾ, ਕੋਈ ਲਾਈਨ 'ਚ ਨਹੀਂ ਲੱਗਣਾ ਇਹ ਉਹ। ਅਤੇ ਫਿਰ ਥੋੜ੍ਹਾ ਗੁੱਸਾ ਤਾਂ ਚੜ੍ਹਿਆ ਆਪਾਂ ਨੂੰ। ਪਰ ਜਿਸ ਵੇਲੇ ਉਹ ਕਹਿੰਦੇ ਮਾਫੀ ਮੰਗ ਲਈ ਹੈ, ਆ ਵੀ ਗਈ, ਸਾਨੂੰ ਮੇਲ ਆ ਗਈ ਇਹਦੇ ਵਿੱਚ, ਪਰ ਬਹੁਤ ਅੱਛੀ ਸੈਟਿਸਫੈਕਸ਼ਨ ਨਹੀਂ ਸੀ ਮੇਰੀ। ਅਸੀਂ ਕਿਹਾ, ਫਿਰ ਸਾਨੂੰ ਟੈਲੀਫੋਨ ਆਇਆ ਕਿ ਤੁਸੀਂ ਚਾਹੁੰਦੇ ਕੀ ਹੋ, ਕੋਈ ਮੋਨੀਟਰੀ ਕੰਪਨਸੇਸ਼ਨ ਚਾਹੁੰਦੇ ਹੋ? ਅਸੀਂ ਕਿਹਾ ਨਹੀਂ, ਅਸੀਂ ਸਿਰਫ ਡਿਸੇਬਲਡ ਸਮਾਜ ਦੀ ਭਲਾਈ ਚਾਹੁੰਦੇ ਹਾਂ ਕਿ ਜਿਨ੍ਹਾਂ ਬੰਦਿਆਂ ਨੇ ਹਰਾਸਮੈਂਟ ਦਿੱਤੀ ਹੈ ਨਾ, ਉਹਨਾਂ ਬੰਦਿਆਂ ਨੂੰ ਇੱਕ ਹਫ਼ਤਾ ਕਿਸੇ ਡਿਸੇਬਿਲਟੀ ਸੈਂਟਰ 'ਤੇ ਜਾ ਕੇ ਉਹਨਾਂ ਨੂੰ ਅੰਡਰਸਟੈਂਡ ਕਰਨ ਦਾ ਮੌਕਾ ਮਿਲੇ ਕਿ ਉਹਨਾਂ ਦੇ ਜੀਵਨ ਕਿਸ ਤਰ੍ਹਾਂ ਬਿਤਾਉਂਦੇ ਆ, ਇਹਨਾਂ ਨੂੰ ਉਹਨਾਂ ਦੇ ਕਸ਼ਟ ਦਾ ਪਤਾ ਲੱਗੇ। ਪਲੱਸ ਉਹਨਾਂ ਨੂੰ ਇੱਕ ਹਫ਼ਤੇ ਤਨਖਾਹ ਨਾ ਮਿਲੇ, ਉਹ ਤਨਖਾਹ ਕੱਟ ਕੇ ਡਿਸੇਬਿਲਟੀ ਸੈਂਟਰ ਨੂੰ ਦਾਨ ਦਿੱਤਾ ਜਾਵੇ। ਅਸੀਂ ਇਹ ਡਿਮਾਂਡ ਕੀਤੀ ਹੈ। ਅਤੇ ਪਲੱਸ ਇਹਨਾਂ ਦੀ ਅੰਡਰਟੇਕਿੰਗ ਹੋਵੇ ਕਿ ਇਨ ਫਿਊਚਰ ਕਿਸੇ ਡਿਸੇਬਲਡ ਨਾਲ ਇਹ ਮਿਸਬਿਹੇਵ ਨਹੀਂ ਕਰਨਗੇ। ਮਤਲਬ ਸਾਨੂੰ ਮੋਨੀਟਰੀ ਕੁਛ ਨਹੀਂ ਅਸੀਂ ਮੰਗਿਆ, ਸਿਰਫ ਅਸੀਂ ਇਹ ਕਿਹਾ ਸਾਡੀ ਕਲਾਸ ਜਿਹੜੀ ਹੈ ਡਿਸੇਬਲਡ ਕਲਾਸ ਪਲੱਸ ਸੀਨੀਅਰ ਸਿਟੀਜ਼ਨ। ਕਈ ਵਾਰ ਸੀਨੀਅਰ ਸਿਟੀਜ਼ਨ ਵੀ ਤੁਹਾਨੂੰ ਪਤਾ ਨਹੀਂ ਚੱਲ ਸਕਦੇ, ਉਹਨਾਂ ਨੂੰ ਵੀਲ ਚੇਅਰ ਦੀ ਲੋੜ ਪੈਂਦੀ ਹੈ। ਅਸੀਂ 2 ਕਲਾਸਾਂ ਵਾਸਤੇ ਲੜਾਈ ਲੜੀ ਹੈ। ਅਤੇ ਉਹ ਫਿਰ ਚੀਫ ਉਹਨੇ ਪੁੱਛਿਆ, ਜਿਹੜੇ ਡਿਸੇਬਿਲਟੀ ਕਮਿਸ਼ਨਰ ਨੇ, ਉਹਨਾਂ ਦੇ ਦਫ਼ਤਰ ਨੂੰ ਪੁੱਛਿਆ। ਅਸੀਂ ਉਹਨਾਂ ਨੂੰ ਵੀ ਇਹੀ ਡਿਮਾਂਡ ਰੱਖੀ ਅਤੇ ਏਅਰ ਇੰਡੀਆ ਵੱਲ ਨੂੰ ਵੀ ਇਹੀ ਡਿਮਾਂਡ। ਫਿਰ ਬਾਅਦ ਦੇ ਵਿੱਚ ਸਾਨੂੰ ਉਹ ਇੱਕ ਹੱਲ ਮਿਲ ਨਹੀਂ ਰਹੀ, ਇੱਕ ਮੇਲ ਜਿਹੜੀ ਉਹਨਾਂ ਨੇ ਫॉर CMD ਵੀ ਆਈ ਸੀ, ਫੋਨ ਵੀ ਆਇਆ ਕਿ ਵੀ ਫੀਲ ਸੌਰੀ ਕਿ ਤੁਹਾਨੂੰ ਬਹੁਤ ਹਰਾਸਮੈਂਟ ਹੋਈ, ਅਤੇ ਇਨ ਫਿਊਚਰ ਵੀ ਅਸ਼ੋਰ ਕਿ ਇੱਦਾਂ ਨਹੀਂ ਹੋਏਗਾ। ਪਰ ਸਾਨੂੰ ਕੋਲ ਹੁਣ ਜਿਹੜੀ 4-5 ਦਿਨ ਪਹਿਲਾਂ ਜਿਹੜੀ ਆਈ ਮੇਲ, ਉਹਦੇ ਵਿੱਚ ਉਹਨਾਂ ਨੇ ਕਲੀਅਰ ਲਿਖਿਆ ਕੀ ਆਪਾਂ ਗਾਈਡਲਾਈਨਸ ਸੀਨੀਅਰ ਏਅਰ ਇੰਡੀਆ ਵਾਲਿਆਂ ਨੇ ਆਪਣੇ ਸਾਰੇ ਬ੍ਰਾਂਚਿਸ ਨੂੰ ਇਸ਼ੂ ਕੀਤੀਆਂ ਕਿ ਵੀ ਤੁਸੀਂ ਜਿਸ ਵੇਲੇ ਆਵੇ ਤਾਂ ਅਨਾਊਂਸਮੈਂਟ ਹੋ ਜਾਏ, ਜਿਸ ਵੇਲੇ ਟੈਕਸੀ ਤੋਂ ਉਤਰੇ ਨਾ, ਉੱਥੋਂ ਉਹਨੂੰ ਲੈ ਲੈਣਾ ਅਤੇ ਉਹਨੂੰ ਕੋਈ ਪੈਸਾ ਨਹੀਂ ਲੈਣਾ, ਉਹਨੂੰ ਉੱਥੇ ਬਿਠਾ ਕੇ ਅੰਦਰ ਤੱਕ, ਔਰ ਜਿਸ ਵੇਲੇ ਵਾਪਸ ਉਤਰਨਾ ਅਗਲੇ ਜਗ੍ਹਾ ਮੈਸੇਜ ਪਹਿਲਾਂ ਕਰ ਦਿਓ ਤਾਂ ਕਿ ਉਹਨੂੰ ਫਲਾਈਟ ਦੀ ਸੀਟ ਤੋਂ ਉਤਾਰ ਕੇ ਬਾਹਰ ਤੱਕ ਛੱਡਣਾ। ਇਹ ਡਿਊਟੀ ਏਅਰ ਇੰਡੀਆ ਦੀ ਹੋਣੀ ਚਾਹੀਦੀ ਹੈ। ਵੈਸੇ ਇੱਕ ਦੱਸਾਂ, ਆਮ ਤੌਰ 'ਤੇ ਬਾਕੀ ਜਿਹੜੀ ਜਿਸ ਵੇਲੇ ਏਅਰ ਇੰਡੀਆ ਤੋਂ ਇਲਾਵਾ ਅਸੀਂ ਕਿਸੇ ਹੋਰ 'ਤੇ ਗਏ ਹਾਂ, ਅਸੀਂ ਇੰਨਾ ਕੁ ਹੈਰਾਨ ਹੁੰਦੇ ਸੀ ਕਿ ਮੈਂ ਬਲਕਿ ਇੱਕ ਨੂੰ ਲਿਖ ਕੇ ਵੀ ਦੇ ਕੇ ਆਇਆ ਕਿ ਦਿੱਲੀ ਅਸੀਂ ਜਦ ਉਤਰੇ ਸੀ ਨਾ, ਅਤੇ ਸਾਨੂੰ ਰਿਸੀਵ ਕਰ ਲਿਆ ਉਹਨਾਂ ਨੇ, ਸੀਟ ਤੋਂ ਉਤਾਰ ਕੇ ਬਾਹਰ ਆਏ, ਅਤੇ ਇੱਦਾਂ ਵੀ ਸਾਨੂੰ ਟਰੀਟ ਕੀਤਾ ਇੰਡੀਗੋ ਵਾਲਿਆਂ ਨੇ ਕਿ ਜੈਸੇ ਨਾ ਅਸੀਂ ਕੋਈ ਪਤਾ ਨਹੀਂ ਕਿੰਨੇ ਬੜੇ ਮਿਨਿਸਟਰ ਹੋਈਏ। ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਬਈ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਅਤੇ ਕਹਿੰਦੇ ਖੁਸ਼ ਹੋ ਜੀ? ਹਾਂ। ਅਤੇ ਫਿਰ ਉਹਨਾਂ ਆਪਣੇ ਸੀਨੀਅਰ ਅਫਸਰ ਨੂੰ ਬੁਲਾ ਕੇ ਲਿਆਏ, ਕਹਿੰਦੇ ਜੋ ਸਟੇਟਮੈਂਟ ਦੇਣੀ ਤੁਸੀਂ ਇਹਨਾਂ ਨੂੰ ਦਿਓ। ਫਿਰ ਮੈਂ ਉਹਨਾਂ ਨੂੰ ਸਟੇਟਮੈਂਟ ਦਿੱਤੀ। ਮੈਂ ਕਿਹਾ ਜੀ ਆਈ ਐਮ ਵੈਰੀ ਮੱਚ ਹੈਪੀ ਫਰੋਮ ਇੰਡੀਗੋ ਕਿ ਜੋ ਇਹਨਾਂ ਨੇ ਸਾਨੂੰ ਟ੍ਰੇਨ ਉਹਦੇ 'ਚ ਬਾਈ ਏਅਰ 'ਚ ਪਲੱਸ ਉਤਰਨ ਤੋਂ ਬਾਅਦ ਜੋ ਸਾਨੂੰ ਪਿਆਰ ਦਿੱਤਾ ਹੈ, ਜੋ ਇੱਜ਼ਤ ਦਿੱਤੀ ਹੈ, ਸਾਡਾ ਦਿਲ ਨਾ ਬਹੁਤ ਜ਼ਿਆਦਾ ਖੁਸ਼ ਹੈ। ਅਤੇ ਆਈ ਵਾਂਟ ਟੂ ਗਿਵ ਇਟ ਇਨ ਰਾਈਟਿੰਗ। ਫਿਰ ਲਿਆਏ ਕਾਗਜ਼ ਜੀ, ਫਿਰ ਮੈਂ ਲਿਖ ਕੇ ਦਿੱਤਾ। ਫਿਰ ਉਹਨਾਂ ਨੂੰ ਸਾਰੇ ਗਰੁੱਪ ਆ ਗਿਆ ਜੀ ਉਹਨਾਂ ਦਾ, ਸਾਡੇ ਨਾਲ ਫੋਟੋ ਖਿਚਾਈ। ਮੈਂ ਉਹਨਾਂ ਨੂੰ ਦੱਸਿਆ ਨਾ ਕਿ ਮੇਰਾ ਬੇਟਾ ਪ੍ਰੈਜ਼ੀਡੈਂਟ ਅਵਾਰਡੀ ਹੈ, ਅਤੇ ਅਸੀਂ ਘੁੰਮਦੇ ਰਹਿੰਦੇ ਹਾਂ। ਅਤੇ ਫਿਰ ਸਾਰਾ ਸਟਾਫ ਆ ਗਿਆ ਜੀ ਉਹਨਾਂ ਦਾ, ਜਿਹੜੇ ਕਾਊਂਟਰ 'ਚ ਬੈਠੇ ਹੁੰਦੇ ਨੇ ਉਹ ਵੀ ਆ ਗਏ, 10-12-15 ਬੰਦੇ ਬਣ ਕੇ ਉਹਨਾਂ ਨੂੰ ਗਰੁੱਪ ਫੋਟੋ ਬਣਾ ਕੇ
ਫਿਰ ਚਿੱਠੀ ਤੇ ਸਾਈਨ ਕਰਾਏ ਸਾਡੇ। ਤੇ ਮਤਲਬ ਸਿਵਾਏ 에ਅਰ ਇੰਡੀਆ ਦੇ ਹਰ 99% ਜਿਹੜੀ 에ਅਰਲਾਈਨਸ ਹੈ ਨਾ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ। ਪਰ ਹੁਣ ਜਿਹੜਾ ਇਹ ਫੈਸਲਾ ਆਇਆ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ, ਮੈਂ ਇਸ ਫੈਸਲੇ ਤੋਂ ਬਹੁਤ ਸੰਤੁਸ਼ਟ ਹਾਂ। ਸੋ ਜੋ ਸਾਡੀ ਡਿਮਾਂਡ ਸੀ ਕਿ ਵੀ ਕਿਸੇ ਵੀ ਡਿਸੇਬਲ ਨਾਲ ਧੱਕਾ ਨਾ ਹੋਵੇ, ਤੇ ਪਲੱਸ ਦੇਖੋ ਡਿਸੇਬਲ ਤਾਂ ਪਹਿਲਾਂ ਹੀ ਮਾਰਿਆ ਤੇ ਉਹਦੇ ਤੋਂ 1200 ਰੁਪਏ ਤੁਸੀਂ ਦੇਖੋ। ਗੱਲ ਸੁਣੋ, ਜੇ ਨਾਰਮਲ ਬੰਦਾ ਉਤਰੇਗਾ ਟੈਕਸੀ ਤੋਂ, ਉਹਨੇ ਅੰਦਰ ਜਾਣਾ ਹੈ, ਤੁਸੀਂ ਕੀ ਸਮਝਦੇ ਹੋ ਉਹ ਟੈਕਸੀ ਉਹ ਕੁਲੀ ਹਾਇਰ ਕਰੇਗਾ? ਯਾਰ ਉਹ ਤਾਂ ਥੋੜ੍ਹਾ ਜਿਹਾ ਸਮਾਨ ਹੁੰਦਾ, ਆਪ ਟਰਾਲੀ ਨਾਲ ਆਪ ਟਰਾਲੀਆਂ ਪਈਆਂ ਹੁੰਦੀਆਂ ਆਪ ਲੈ ਜਾਏਗਾ, ਉਹ 1200 ਕਿਉਂ ਦੇਗਾ? ਯਾਨੀ ਕਿ ਜਿਹੜੀ ਗੌਰਮੈਂਟ ਦੀ ਵੀ ਪਾਲਿਸੀ ਦੇਖੋ 에ਅਰ ਇੰਡੀਆ ਦੀ, ਕਿ ਉਹਨਾਂ ਨੇ ਟਰਾਲੀ ਵਾਲੇ ਬੰਦੇ ਖੜੇ ਕੀਤੇ ਹੋਏ ਆ ਇਹ ਸੋਚ ਕੇ ਕਿ ਸਿਰਫ ਡਿਸੇਬਲ ਔਰ ਸੀਨੀਅਰ ਸਿਟੀਜ਼ਨ ਹੈ ਉਹਨਾਂ ਨੂੰ ਲੁੱਟਣਾ ਹੈ। ਉਹ ਤੁਸੀਂ ਆਮ ਕਾਮਨ ਮੈਨ ਸੋਚ ਸਕਦਾ, ਜੇ ਚੱਲ ਫਿਰ ਸਕਦਾ, ਜਿਹੜਾ ਹੈਲਦੀ ਬੰਦਾ ਹੈ ਉਹ 1200 ਕਈ 200 ਵੀ ਨਹੀਂ ਦੇਗਾ। ਤੇ ਅਸੀਂ ਇਸ ਪੁਆਇੰਟ ਤੇ ਕੀਤਾ ਸੀ ਕਿ ਵੀ ਤੁਸੀਂ ਲੁੱਟਦੇ ਹੋ, ਇਹ ਵਾਲਾ ਜਿਹੜਾ 1200 ਵਾਲਾ ਕਲੌਜ਼ ਹੈ ਇਹ ਦੈਟ ਸ਼ੁੱਡ ਬੀ ਫਿਨਿਸ਼ਡ। ਹੁਣ ਇਹ ਖਤਮ ਹੋ ਗਈ ਹੈ ਤੇ ਆਪਾਂ ਬਹੁਤ ਸੰਤੁਸ਼ਟ ਹਾਂ ਜੀ। ਵਿਵੇਕ ਜੋਸ਼ੀ ਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਉਨ੍ਹਾਂ ਕਰਕੇ 에ਅਰ ਇੰਡੀਆ ਵੱਲੋਂ ਸਾਰੇ ਦਿਵਿਆਂਗਾ ਵਿਅਕਤੀਆਂ ਲਈ ਇੱਕ ਵਧੀਆ ਅਤੇ ਜ਼ਰੂਰੀ ਕਦਮ ਚੁੱਕਿਆ ਗਿਆ ਹੈ। ਕੈਮਰਾਮੈਨ ਅਮਿਤ ਨਾਲ ਸ਼ਰਨਜੀਤ ਕੌਰ, ਵੌਇਸ ਆਫ ਪੰਜਾਬ, ਜਲੰਧਰ।